ਅਸੀਂ ਅੱਜ ਗੱਲ ਕਰ ਰਹੇ ਹਾਂ ਈਵੀਐਮ ਤੇ ਉੱਠੇ ਸਵਾਲਾਂ ਦੀ। ਇਸ ਤੋਂ ਚਲੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸਵਾਲ ਪੁੱਛ ਰਹੇ। ਮੈਂ ਜ਼ਿਕਰ ਉਸ ਦਾ ਇੱਕ ਵਾਰ ਫਿਰ ਤੋਂ ਕਰ ਦਵਾਂ। ਅਸੀਂ ਸਵਾਲਾਂ 'ਚ ਪੁੱਛ ਰਹੇ ਹਾਂ ਕਿ ਪੰਜਾਬ 'ਚ ਮਿਲੀ ਕਰਾਰੀ ਹਾਰ ਨਹੀਂ ਪਚਾ ਪਾ ਰਹੇ ਨੇ ਕੇਜਰੀਵਾਲ। ਤੁਸੀਂ ਇਸ ਦੇ ਉੱਤੇ ਆਪਣੀ ਰਾਏ ਦੇ ਸਕਦੇ ਹੋ, ਹਾਂ ਜਾਂ ਨਾ ਦੇ ਵਿੱਚ। ਇਸ ਦੇ ਲਈ ਟਾਈਪ ਕਰੋ ZPHH ਸਪੇਸ ਦੇ ਕੇ ਵਾਈ, ਨਹੀਂ ਦੇ ਲਈ ZPHH ਸਪੇਸ ਦੇ ਕੇ ਭੇਜ ਦਿਓ 57575 ਉੱਤੇ। ਕਾਲ ਵੀ ਸਾਨੂੰ ਕਰ ਸਕਦੇ ਹੋ। ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਿਹਾ 180018033535। ਤਾਂ ਈਵੀਐਮ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਵੱਲੋਂ। ਤੁਹਾਨੂੰ ਦੱਸ ਦਈਏ ਕਿ 117 ਸੀਟਾਂ ਦੇ ਵਿੱਚੋਂ 20 ਸੀਟਾਂ ਆਮ ਆਦਮੀ ਪਾਰਟੀ ਜਿੱਤ ਸਕੀ ਹੈ। ਟੋਟਲ ਗੱਠਜੋੜ ਜੋੜਾਂ ਦਾ ਸੀਗਾ 22 ਸੀਟਾਂ। ਪਹਿਲੇ ਕਾਲਰ ਸਾਡੇ ਨਾਲ ਨੇ ਪਰਮਜੀਤ ਜੀ, ਸਾਡੇ ਨਾਲ ਨੇ ਅੰਮ੍ਰਿਤਸਰ ਤੋਂ। ਪਰਮਜੀਤ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ? ਹੈਲੋ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਆ ਰਹੀ ਹੈ। ਅੱਜ ਮੈਂ ਕਹਿਣਾ ਚਾਹੁੰਦਾ ਜੀ, ਕੇਜਰੀਵਾਲ ਬਹੁਤ ਘਟੀਆ ਟਾਈਪ ਇਨਸਾਨ ਹੈਗਾ। ਹੈਲੋ ਜੀ, ਤੁਹਾਡੀ ਥੋੜਾ ਲਾਊਡ ਬੋਲ ਦਿਓ ਪਰਮਜੀਤ ਜੀ। ਹੈਲੋ ਜੀ ਜੀ ਬਿਲਕੁਲ, ਆਪਣੀ ਕੰਪਲੀਟ ਕਰ ਦਿਓ ਗੱਲ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਕਹਿੰਦਾ ਜੀ ਕੇਜਰੀਵਾਲ ਬਹੁਤ ਘਟੀਆ ਇਨਸਾਨ ਹੈ। ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ। ਥੋੜਾ ਜਿਹਾ ਸ਼ਬਦਾਂ ਦਾ ਜ਼ਰੂਰ ਧਿਆਨ ਰੱਖੋ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਸਾਹਮਣੇ ਵਾਲੇ ਜਾਂ ਇੱਕ ਪਰਸਨ ਨੂੰ ਐਡਰੈਸ ਕਰ ਰਹੇ ਹੋ। ਇੱਕ ਹੋਰ ਕਾਲਰ ਸਾਡੇ ਨਾਲ ਨੇ ਹਰਪਾਲ ਜੀ ਮੁਕਤਸਰ ਤੋਂ। ਹਰਪਾਲ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ? हेलो जी हरपाल जी, आवाज ਤੁਹਾਡੀ ਮੇਰੇ ਤੱਕ ਆ ਰਹੀ ਹੈ। ਕੀ ਕਹਿਣਾ ਚਾਹੋਗੇ? हेलो जी। हरपाल जी, आवाज ਤੁਹਾਡੀ ਪਹੁੰਚ ਰਹੀ ਹੈ? हाँ जी, दोनों पार्टियां एटीएम मशीना ते गलत दोष ला रही हैं जी। जी हाँ जी, अकाली दल भी गलत ला रहा ते आप पार्टी भी गलत करा रहे जी। ये जो इन्हों की जित हुई तो सही है जी, जो कांग्रेस की जित हुई तो गलत है जी। ਚਲੋ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ। ਅਕਾਲੀ ਦਲ ਨਹੀਂ ਇਲਜ਼ਾਮ ਲਗਾ ਰਿਹਾ, ਸਿਰਫ ਆਮ ਆਦਮੀ ਪਾਰਟੀ ਲਗਾ ਰਹੀ ਹੈ। ਅਕਾਲੀ ਦਲ ਦੇ ਨੁਮਾਇੰਦੇ ਸਾਡੇ ਨਾਲ ਬੈਠੇ ਨੇ, ਉਹਨਾਂ ਵੱਲੋਂ ਇਲਜ਼ਾਮ ਨਹੀਂ ਲਗਾਏ ਗਏ ਨੇ। ਖੈਰ, ਜੇਕਰ ਤੁਹਾਡੀ ਕਾਲ ਸਾਡੇ ਤੱਕ ਨਹੀਂ ਪਹੁੰਚੀ ਤਾਂ SMS ਦੇ ਜ਼ਰੀਏ ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾ ਸਕਦੇ ਹੋ। ਲਗਾਤਾਰ ਅਸੀਂ ਸਵਾਲ ਜਿਹੜਾ ਅੱਜ ਦਾ ਅਸੀਂ ਫਲੈਸ਼ ਕਰ ਰਹੇ ਹਾਂ 57575 ਉੱਤੇ। SMS ਜ਼ਰੂਰ ਕਰੋ। ਜਿਨ੍ਹਾਂ ਨੇ ਵੋਟ ਦਿੱਤੀ, ਜਿਨ੍ਹਾਂ ਨੇ ਸਰਕਾਰ ਬਣਾਈ ਕਾਂਗਰਸ ਦੀ, ਉਹ ਕੀ ਸਮਝਦੇ ਨੇ ਇਸ ਇਲਜ਼ਾਮਾਂ ਉੱਤੇ? ਯਾਨੀ ਕਿ ਤੁਸੀਂ ਬਹੁਤ ਇੰਪੋਰਟੈਂਟ ਹੈ ਤੁਹਾਡੀ ਰਾਏ, ਇਸ ਲਈ ਕਹਿ ਰਹੇ ਹਾਂ ਕਿ SMS ਦੇ ਜ਼ਰੀਏ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਇੱਕ ਵਾਰ ਫਿਰ ਤੋਂ ਮਹਿਮਾਨਾਂ ਦਾ ਰੁਖ ਕਰਦੇ ਹਾਂ। ਸਾਡੇ ਨਾਲ ਲਗਾਤਾਰ ਵੱਖ-ਵੱਖ ਮਹਿਮਾਨ ਸਿਆਸੀ ਪਾਰਟੀਆਂ ਤੋਂ ਜੁੜੇ ਹੋਏ ਨੇ। ਬ੍ਰੇਕ ਜਾਣ ਤੋਂ ਪਹਿਲਾਂ ਮੈਂ ਕਿਹਾ ਸੀਗਾ ਕਿ ਇਹ ਮਾਮਲਾ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਚੁੱਕਿਆ। ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਨੇ ਸ਼ਿਕਾਇਤ ਪਹੁੰਚਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਬੁਲਾਇਆ, ਇਲਜ਼ਾਮ ਲਗਾਉਣ ਵਾਲਿਆਂ ਨੂੰ ਵੀ ਬੁਲਾਇਆ। ਵੱਖ-ਵੱਖ ਥਾਵਾਂ ਤੋਂ, ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਰੈਂਡਮਲੀ 100 EVM ਮੰਗਵਾਈਆਂ ਗਈਆਂ ਸਨ ਤੇ ਜਿਨ੍ਹਾਂ ਨੇ ਇਲਜ਼ਾਮ ਲਗਾਏ ਉਹਨਾਂ ਨੂੰ ਕਿਹਾ ਗਿਆ ਕਿ ਇਸ ਦੇ ਨਾਲ ਛੇੜਖਾਨੀ ਕਰਕੇ ਦਿਖਾਓ। ਜਾਂ ਤਾਂ ਉਹ ਕਾਮਯਾਬ ਨਹੀਂ ਹੋ ਸਕੇ ਜਾਂ ਫਿਰ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਇਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਉਸ ਸਮੇਂ ਕਿਹਾ ਗਿਆ ਸੀ। ਖੈਰ, ਇੱਕ ਵਾਰ ਫਿਰ ਤੋਂ ਇਲਜ਼ਾਮ ਲੱਗੇ ਨੇ। ਅੱਗੇ ਵਧਦੇ ਹਾਂ। ਮਿੱਡਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਇਹ ਹਾਰ ਦੀ ਬੁਖਲਾਹਟ ਆਮ ਆਦਮੀ ਪਾਰਟੀ ਦੀ ਸਿੱਧੀ ਕਿ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਕਾਂਗਰਸ ਸਰਕਾਰ ਬਣਾ ਸਕਦੀ ਹੈ ਜਾਂ ਫਿਰ ਉਹਨਾਂ ਦੇ ਖਿਲਾਫ ਫੈਸਲਾ ਆ ਸਕਦਾ ਹੈ? ਓਵਰ ਕੌਨਫੀਡੈਂਟ ਹੋ ਗਏ ਸੀ, ਉਸ ਤੋਂ ਬਾਅਦ ਹੁਣ ਹਾਰ ਹਜ਼ਮ ਨਹੀਂ ਹੋ ਰਹੀ। बिल्कुल क्लीयर है जी। कोई भी बुलारा कोई होर गल करनी नहीं चाहता। बड़ा स्पष्ट पता लग रहा है क्योंकि देखो ये ਜਿਹੜੇ पूरे इलैक्शन प्रोसैस ਦੇ ਵਿੱਚ ਤੁਸੀਂ नोट किया होना है कि ਜਦੋਂ जिस दिन पोलिंग हुई और पोलिंग वाले दिन, क्योंकि पहली बार वीवीपैट का इस्तेमाल किया जा रहा सी इस इलैक्शन ਦੇ ਵਿੱਚ गार्व जी, और उस करके कई ਥਾਵਾਂ ਦੇ ਉੱਤੇ कुछ पोलिंग जिस ਵੇਲੇ हो रही सी कुछ मिनट और सेकंड और टाइम ਲਈ ਉਹ है कि ਉਹਦੇ ਵਿੱਚ ਮਸ਼ੀਨ ਜਿਹੜੀ ਹੈ ਉਹ ਰੁਕੀ ਰਹੀ। पर उस दे बावजूद भी उसका टाइम एक्सटेंड करने की बजाय चोण कमिश्नर ने इन्हां दे ऑब्जेक्शन करन दे उत्ते रीपोलिंग दे ऑर्डर कर दिते। और उस तो बाद दी जिहड़ी गल कीती जावे स्ट्रॉन्ग रूम दे, उस वेले भी इन्हां ने CCTV की मंग की और कई तरह के इल्जाम लाए और इन्हां दी वो मंग भी पूरी की गई। और उस तो बाद जदों इन्हां ने कहा कि कैंडीडेट का लॉक लाउण दी प्रोविजन होनी चाहिए है ਤਾਂ ਚੋਣ ਕਮਿਸ਼ਨਰ ਨੇ ਇਹਨਾਂ ਦੀ ਉਹ ਮੰਗ ਵੀ ਮੰਨੀ ਔਰ ਉੱਥੇ ਕੈਂਡੀਡੇਟ ਲੌਕ ਵੀ ਲਗਾਏ ਗਏ। ਔਰ ਉਸ ਤੋਂ ਬਾਵਜੂਦ ਵੀ ਪੂਰੇ ਪੰਜਾਬ ਨੂੰ ਪਤਾ ਹੈ ਕਿ ਟੈਂਟ ਲਾ ਕੇ ਔਰ ਉਹਨਾਂ ਜਿਹੜੀਆਂ ਬਿਲਡਿੰਗਾਂ ਦੀ ਐ ਰਾਖੀ ਕਰਦੇ ਰਹੇ ਜਿਵੇਂ ਪਤਾ ਨਹੀਂ ਇੱਥੇ ਕਿਸੇ ਨੇ ਉਹ ਇੰਨੀ ਟਾਈਟ ਸਿਕਿਉਰਿਟੀ ਦੇ ਵਿੱਚੋਂ ਮਸ਼ੀਨਾਂ ਉਡਾ ਕੇ ਲੈ ਜਾਣੀਆਂ ਹੋਣ। ਮੈਨੂੰ ਇੱਕ ਹੋਰ ਗੱਲ ਦੀ ਹੈਰਾਨੀ ਹੈ ਕਿ 4 ਤਰੀਕ ਤੋਂ ਲੈ ਕੇ 11 ਮਾਰਚ ਤੱਕ ਦਾ 1 ਮਹੀਨੇ ਤੋਂ ਵੱਧ ਦਾ ਸਮਾਂ ਔਰ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਕੀ ਇਹ ਖਰਾਬ ਮਸ਼ੀਨਾਂ ਦੀ ਹੀ ਰਾਖੀ ਕਰਦੇ ਰਹੇ ਇੰਨੀ ਦੇਰ ਤੋਂ, ਜਦੋਂ ਕਿ
ਜਦੋਂ ਕਿ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਦੋਸ਼ ਹੈ, ਇਹ ਦੋਸ਼ ਇਲੈਕਸ਼ਨ ਦਾ ਜਿਹੜਾ ਡੇਟ ਸੀ 4 ਫਰਵਰੀ ਤੋਂ ਉਹ ਪਹਿਲਾਂ ਲਾਇਆ ਜਾਂਦਾ, ਈਵੀਐਮ ਤੇ ਡਾਊਟ ਕਰਨਾ ਤਾਂ ਕੁਝ ਵਾਜਬ ਬਣਦਾ ਹੈ। ਇਲੈਕਸ਼ਨ ਓਵਰ ਹੋ ਜਾਣ ਤੋਂ ਬਾਅਦ, ਰਿਜ਼ਲਟ ਆਪਦੇ ਉਲਟ ਚਲੇ ਜਾਣ ਤੋਂ ਬਾਅਦ ਜੇ ਇਸ ਗੱਲ ਦਾ ਅਸੀਂ ਈਵੀਐਮ ਦੇ ਉੱਤੇ ਇਲਜ਼ਾਮ ਲਾਉਣੇ ਆ ਜਾਂ ਚੋਣ ਕਮਿਸ਼ਨਰ ਤੇ ਇਲਜ਼ਾਮ ਲਾਉਣੇ ਆ ਤਾਂ ਇਹ ਬਹੁਤ ਬੇਤੁਕੀ, ਬਚਕਾਨਾ ਔਰ ਨॉन सीरियर और एक जिसਨੂੰ ਆਪਾਂ ਕਹਿ ਸਕਦੇ ਆ ਵੀ ਫੁਲਿਸ਼, ਮੈਂ ਤਾਂ ਫੁਲਿਸ਼ ਕਹੂੰਗਾ, ਇਸ ਤਰ੍ਹਾਂ ਦਾ ਕਰ ਹੈ। ਬਰਾੜ ਸਾਹਿਬ, ਇਲਜ਼ਾਮ ਲੱਗੇ ਨੇ, ਤੁਹਾਨੂੰ ਲੱਗਦਾ ਹੈ ਕਿ ਇਨਕੁਆਇਰੀ ਕਰਨ ਦੀ ਜਾਂ ਕਰਵਾਉਣ ਦੀ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰਤ ਹੈ, ਜਿਸ ਤਰ੍ਹਾਂ ਦੇ ਇਲਜ਼ਾਮ ਕੇਜਰੀਵਾਲ ਸਾਹਿਬ ਜਾਂ ਫਿਰ ਮਾਇਆਵਤੀ ਵੱਲੋਂ ਲਗਾਏ ਗਏ ਨੇ? ਦੇਖੋ ਗੌਰਵ ਸ਼ੁਕਲਾ ਜੀ, ਜਿਸ ਦਿਨ ਇਲੈਕਸ਼ਨ ਹੋ ਰਹੀ ਸੀ ਤੇ ਕੇਜਰੀਵਾਲ ਸਾਹਿਬ ਉਦੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਆਏ ਸੀ, ਤੁਸੀਂ ਸਾਨੂੰ ਸਾਰਿਆਂ ਨੇ ਟੈਲੀਵਿਜ਼ਨ ਰਾਹੀਂ, ਅਖਬਾਰਾਂ ਰਾਹੀਂ ਦੱਸਿਆ ਸੀ, ਔਰ ਇਹ ਵੀ ਜ਼ਿਕਰ ਹੋਇਆ ਸੀ ਕਿ 2-3 ਦਿਨ ਰਹਿ ਕੇ ਇੱਥੇ ਵਰਕਰਾਂ ਦਾ ਹੌਸਲਾ ਅਫਜ਼ਾਈ ਜਿਹੜੇ ਆ ਕੇਜਰੀਵਾਲ ਸਾਹਿਬ ਕਰਨਗੇ। ਸਵੇਰੇ 7 ਵਜੇ ਤੋਂ ਬਾਅਦ ਹੀ ਜਦੋਂ ਪੰਜਾਬ ਦੇ ਵਿੱਚੋਂ ਫੋਨ ਖੜਕਣੇ ਸ਼ੁਰੂ ਹੋਏ ਕਿ ਫਲਾਨੀ ਥਾਂ ਪੋਲਿੰਗ ਏਜੰਟ ਨਹੀਂ ਬੈਠਿਆ, ਫਲਾਨੀ ਥਾਂ ਪੋਲਿੰਗ ਬੂਥ ਨਹੀਂ ਲੱਗਿਆ, ਤਾਂ 10:30 ਵਜੇ ਮੋਰਚਾ ਛੱਡ ਕੇ ਉਹ ਦਿੱਲੀ ਨੂੰ ਚਲੇ ਗਏ ਔਰ ਜਾਂਦਿਆਂ ਹੀ ਇਲੈਕਸ਼ਨ ਕਮਿਸ਼ਨ ਤੇ ਜਿਹੜਾ ਹੈਗਾ ਉਹ ਟਵੀਟ ਨਾਲ ਜਿਹੜਾ ਦੋਸ਼ ਲਾਉਣੇ ਜਿਹੜੇ ਆ ਉਹ ਸ਼ੁਰੂ ਕਰਤੇ ਸੀ। ਸ਼ੁਕਲਾ ਜੀ, ਮੈਂ ਇੱਕ ਗੱਲ ਦੀ ਹੈਰਾਨੀ ਪ੍ਰਗਟ ਕਰੂੰਗਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਪੰਜਾਬ ਦੇ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣ ਜਾਂ ਕੋਈ ਵੀ ਵੱਡੇ ਤੋਂ ਵੱਡਾ ਲੀਡਰ ਹੋਵੇ, ਸਾਨੂੰ ਇੱਕ 4 ਲਾਈਨ ਦਾ ਨੋਟਿਸ ਰਿਟਰਨਿੰਗ ਅਫਸਰ ਦਾ ਮਿਲ ਜੇ ਤੇ ਅਸੀਂ ਦਵਾ-ਦਵ ਵਕੀਲ ਇਕੱਠੇ ਕਰਕੇ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਕਾਨੂੰਨ ਦੇ ਪਾਬੰਦ ਲੋਕ ਹੈ। ਇਹ ਇੱਕੋ ਇੱਕ ਐਸਾ ਇਨਸਾਨ ਹੈ ਜਿਹੜਾ ਨਾ ਦੇਸ਼ ਦੇ ਕਾਨੂੰਨ ਨੂੰ ਮੰਨਦਾ, ਨਾ ਦੇਸ਼ ਦੇ ਵਿਧਾਨ ਨੂੰ ਮੰਨਦਾ, ਨਾ ਇਹ ਕਿਸੇ ਹਾਇਰਾਰਕੀ 'ਚ ਰਹਿ ਕੇ ਕੋਈ ਗੱਲ ਕਰਨ ਦੀ ਜਾਂ ਕੰਮ ਕਰਨ ਦੀ ਕੋਸ਼ਿਸ਼ ਕਰਦਾ। ਇਹਦਾ ਇੱਕੋ ਹੀ ਕੰਮ ਹੈ ਦੋਸ਼ ਲਾਉਣੇ, ਆਪਣੇ ਕੀਤੇ ਹੋਏ ਕੰਮ ਦੇ ਉੱਤੇ ਪਰਦਾ ਪਾਉਣਾ ਜਾਂ ਗਲਤ ਨੀਤੀਆਂ ਦੇ ਉੱਤੇ ਪਰਦਾ ਪਾਉਣਾ। ਇਸ ਕਰਕੇ ਮੈਂ ਇੱਕ ਗੱਲ ਕਹੂੰਗਾ ਕਿ ਇਹਨੇ ਦੇਸ਼ ਦੇ ਵਿੱਚ ਬੜੀ ਬੇਭਰੋਸਗੀ ਵਾਲਾ ਜਿਹੜਾ ਇਹਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਜੇ ਲੋਕਾਂ ਦੀ ਭਰੋਸੇਯੋਗਤਾ ਬਹਾਲ ਰੱਖਣ ਲਈ ਜੇ ਜ਼ਰੂਰ, ਜਿਸ ਤਰ੍ਹਾਂ ਕਿੰਗਰਾ ਸਾਹਿਬ ਨੇ ਜ਼ਿਕਰ ਕੀਤਾ ਕਿ ਉਹਦੀਆਂ ਤਾਂ ਵੱਖਰੀਆਂ ਹੁੰਦੀਆਂ, ਇੱਕ ਦੂਜੇ ਨਾਲ ਤਾਰ ਹੀ ਨਹੀਂ ਜੁੜਦੀ, ਤੇ ਜੇ ਤਾਰ ਨਹੀਂ ਜੁੜਦੀ ਤਾਂ ਵੋਟ ਕਿਵੇਂ ਜਾ ਸਕਦੀ ਹੈ? ਇਹਨੂੰ ਚੰਗੀ ਗੱਲ ਆ ਤੁਹਾਡੇ ਵਰਗੇ ਵੱਡੇ ਚੈਨਲਾਂ ਰਾਹੀਂ ਲੋਕਾਂ ਨੂੰ ਉਹਦਾ ਮਸ਼ੀਨ ਦਾ ਪੋਸਟਮਾਰਟਮ ਕਰਾ ਕੇ ਦਿਖਾ ਦੇਣ ਤੇ ਇਹੋ ਜਿਹੇ ਝੂਠੇ ਬੰਦੇ ਦਾ ਜਿਹੜਾ ਝੂਠ ਹੈ ਉਹ ਹੋਰ ਦੁਨੀਆ ਦੇ ਸਾਹਮਣੇ ਰੱਖਿਆ ਜਾ ਸਕੇ। ਰਾਏ ਸਾਹਿਬ, ਈਵੀਐਮ ਦਾ ਅਸੀਂ ਜ਼ਿਕਰ ਲਗਾਤਾਰ ਕਰ ਰਹੇ ਹਾਂ, ਲੱਗਦਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ। ਤੇ ਦੂਜੀ ਚੀਜ਼ ਮੈਂ ਸਟੈਂਡ ਵੀ ਜਾਣਨਾ ਚਾਹਾਂਗਾ, ਕਿਉਂਕਿ ਦੀਪਕ ਸ਼ਰਮਾ ਜੀ ਨੇ ਜਿਵੇਂ ਜ਼ਿਕਰ ਕੀਤਾ ਸੀ ਕਿ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਤੁਹਾਡੇ ਬਹੁਤ ਸੀਨੀਅਰ ਲੀਡਰ ਨੇ, ਉਹਨਾਂ ਵੱਲੋਂ ਵੀ ਸਵਾਲ ਈਵੀਐਮ ਤੇ ਚੁੱਕੇ ਗਏ ਸਨ। ਹਾਰ ਤੋਂ ਬਾਅਦ ਫਿਰ ਜ਼ਿੰਮਾ ਈਵੀਐਮ ਦੇ ਸਿਰ ਪਾਉਣਾ ਹੀ ਇੱਕ ਰਾਹ ਨਜ਼ਰ ਆਉਂਦਾ ਸਿਆਸੀ ਪਾਰਟੀਆਂ ਨੂੰ। ਗੌਰਵ ਜੀ, ਪਤਾ ਕੀ ਹੈ, ਕੇਜਰੀਵਾਲ ਦੇ ਸਾਹਮਣੇ ਨੇ ਐਮਸੀਡੀ ਦੀਆਂ ਚੋੜਾਂ ਦਿੱਲੀ ਦੀਆਂ, ਉਹਦੇ ਕਾਰਨ ਇਹਨੇ ਪਹਿਲਾਂ ਡਿਮਾਂਡ ਕੀਤੀ ਬੈਲਟ ਦੀ, ਵੀ ਬੈਲਟ ਦੇ ਨਾਲ ਜਿਹੜਾ ਹੈ ਪੇਪਰ ਬੈਲਟ ਦੇ ਨਾਲ ਚੋਣ ਹੋਣੀ ਚਾਹੀਦੀ ਹੈ। ਦੈਟ ਵਾਜ਼ ਰਿਜੈਕਟਡ ਬਾय ਦੀ ਇਲੈਕਸ਼ਨ ਕਮਿਸ਼ਨ। ਔਰ ਫਿਰ ਇਹਨੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਕੋਈ ਨਾ ਕੋਈ ਬਹਾਨਾ ਤਾਂ ਦੇਣਾ ਸੀਗਾ, ਬਹਾਨਾ ਇਹ ਦੇ ਦਿੱਤਾ ਕਿ ਇਹ ਇਹਨਾਂ ਦੇ ਵਿੱਚ ਜਿਹੜੀ ਗੜਬੜੀ ਹੈ, ਜਿਹੜੀ ਤੁਸੀਂ ਅਡਵਾਨੀ ਜੀ ਦੀ ਗੱਲ ਕੀਤੀ, ਉਹ ਇਨੀਸ਼ੀਅਲ ਸਟੇਜ ਤੇ ਸੀ ਉਸ ਵੇਲੇ। ਮੈਨੂੰ ਤਾਂ ਯਾਦ ਨਹੀਂ ਅਡਵਾਨੀ ਜੀ ਨੇ ਕਿਸ ਸੰਦਰਭ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਨੇ ਐਲੀਗੇਸ਼ਨ ਲਾਇਆ ਸੀ ਜਾਂ ਕੀ ਗੱਲ ਸੀ, ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇ ਦੇਖੀਏ ਅਲੱਗ-ਅਲੱਗ ਚੋਣਾਂ, ਪਰਸੈਂਟੇਜ ਦੇਖੀਏ, ਸਾਰੀ ਚੀਜ਼ ਦੇਖੀਏ, ਤੇ ਫਿਰ ਕੇਜਰੀਵਾਲ ਸਾਹਿਬ ਕੇਵਲ ਬਲੇਮਿੰਗ, ਔਰ ਇਹ ਮੇਰੇ ਖਿਆਲ 'ਚ ਕੱਲਾ ਇਲੈਕਸ਼ਨ ਕਮਿਸ਼ਨ ਨੂੰ ਬਲੇਮ ਨਹੀਂ ਕਰ ਰਿਹਾ, ਇਹ ਸੁਪਰੀਮ ਕੋਰਟ ਨੂੰ ਵੀ ਕਰ ਰਿਹਾ ਹੈ, ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਕਰ ਰਿਹਾ ਹੈ, ਇਹ ਉਥੋਂ ਦੇ ਗਵਰਨਰ ਨੂੰ ਵੀ ਕਰ ਰਿਹਾ ਹੈ। ਕਿਹੜੀ ਸੰਵਿਧਾਨਕ ਪੋਸਟ ਹੈ ਜਿਹਨੂੰ ਇਹ ਬਲੇਮ ਨਹੀਂ ਕਰ ਰਿਹਾ ਔਰ ਆਪਣੇ ਆਪ ਨੂੰ ਕਹਿ ਰਿਹਾ ਮੈਂ ਸੱਚਾ ਔਰ ਮੇਰੇ ਨਾਲ ਸਭ ਲੋਕ, ਔਰ ਲੋਕਾਂ ਨੇ ਇਹਦੀ ਕਰਤੂਤਾਂ ਦੇਖੀਆਂ ਨੇ। ਔਰ ਇੱਕ ਆਪਣੇ ਸਾਡੇ ਨਾ ਕਹਾਵਤ ਹੈ ਪੰਜਾਬੀ ਦੀ, ਉਹ ਇਹ ਕਹਿੰਦੇ ਦਿੱਲੀਆਂ ਦਾ ਕੰਮ ਬਣ ਗਿਆ, ਉਹ ਕਹਿੰਦੇ ਅੰਨੇ ਦੇ ਹੱਥ ਪੈਰ ਤੇ ਬਟੇਰ ਆ ਗਿਆ, ਜੋ ਕਹਿੰਦੇ ਯਾਰ ਕੇ ਰੋਜ਼ ਮੀਟ ਨਾਲ ਰੋਟੀ ਖਾਂਦੇ ਆ। ਹੁਣ ਇਹਦਾ ਹਾਲ ਇਹ ਆ ਵੀ ਸ਼ਾਇਦ ਮੈਂ ਉੱਥੇ 17 ਚੋਂ 67 ਜਿੱਤ ਗਿਆ ਤੇ ਪੰਜਾਬ 'ਚ ਵੀ ਮੇਰਾ ਇਹ ਹੋਣਾ। ਔਰ ਇਹਦੇ ਬਾਰੇ ਲੋਕ ਬਹੁਤ ਚੰਗੀ ਤਰ੍ਹਾਂ ਜਾਣ ਚੁੱਕੇ ਸੀ। ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਦਿੱਲੀ ਦਾ ਕੋਈ ਬਹੁਤਾ ਫਰਕ ਨਹੀਂ, ਇਹਦੀ ਵੇ ਆਫ ਵਰਕਿੰਗ ਵੀ ਜਾਣ ਲਈ, ਇਹਦੀ ਵੇ ਆਫ ਸਾਰਾ ਜਿਹੜਾ ਇਹਦਾ ਗੱਲ ਕਰਨ ਦਾ ਢੰਗ ਔਰ ਇਹਦੇ ਕਿਹਨਾਂ ਨਾਲ ਸੰਬੰਧ ਨੇ ਉਹ ਸਾਰਾ ਸਾਹਮਣੇ ਲੋਕਾਂ ਦੇ ਆ ਗਿਆ। ਔਰ ਇਸ ਕਰਕੇ ਜਿਹੜਾ ਇਹਨੂੰ ਵੋਟ ਨਹੀਂ ਪਈ
ਉਹਨੇ ਨੱਚਣਾ ਜਾਣੇ ਆਂਗਣ ਡੇਡਾ। ਹੁਣ ਵੋਟਾਂ ਆਪ ਨੂੰ ਨਹੀਂ ਪਈਆਂ ਤੇ ਬਲੇਮ ਕਰ ਦਿਓ ਇਲੈਕਸ਼ਨ ਕਮਿਸ਼ਨ ਨੂੰ। ਇਹ ਕਿੱਥੋਂ ਦੀ ਦਿਆਨਤਦਾਰੀ ਹੈ? ਇਹ ਤਾਂ ਬਲੇਮਿੰਗ ਪਾਲਿਸੀ ਇਹਦੀ ਹੈਗੀ ਹੈ। ਠੀਕ ਹੈ ਔਰ ਆਪਣੇ ਕਿੰਗਰਾ ਆਪ ਸਾਹਿਬ, ਨੂੰ ਸਿਕਿਉਰ ਕਰਨਾ। ਮੈਂ ਤੁਹਾਡੇ ਤੋਂ ਇੱਕ ਚੀਜ਼ ਜਾਣਨੀ ਚਾਹਾਂਗਾ ਕਿ ਜਦੋਂ ਕੋਈ ਐਗਜ਼ਿਟ ਪੋਲ ਸਾਹਮਣੇ ਆ ਰਹੀ ਸੀ ਜਾਂ ਫਿਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਜਾਂ ਫਿਰ ਰਿਜ਼ਲਟ ਤੋਂ ਪਹਿਲਾਂ ਜੋ ਵੀ ਡਿਬੇਟ ਸੀ ਜਾਂ ਸਾਡੀਆਂ, ਉਸ ਦੇ ਵਿੱਚ ਤੁਸੀਂ ਅਕਾਲੀ ਬੀਜੇਪੀ ਨੂੰ ਰੇਸ 'ਚ ਬਹੁਤ ਪਿੱਛੇ ਦੱਸ ਰਹੇ ਸੀ। ਐਗਜ਼ਿਟ ਪੋਲ ਦੇ ਵਿੱਚ ਵੀ ਆਇਆ ਕਿ ਹੋ ਸਕਦਾ ਕਿ 4 ਤੋਂ 7 ਸੀਟਾਂ ਤੱਕ ਸਿਮਟ ਜਾਵੇ, ਪਰ ਰਿਜ਼ਲਟ ਦੇ ਵਿੱਚ ਤਕਰੀਬਨ 25% ਤੋਂ ਜ਼ਿਆਦਾ ਵੋਟ ਪੋਲ ਹੋਈ ਹੈ ਅਕਾਲੀ ਬੀਜੇਪੀ ਨੂੰ। ਤੁਹਾਨੂੰ ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੋਈ ਇਤਰਾਜ਼ ਨਜ਼ਰ ਆਉਂਦਾ ਹੈ? ਕਿਉਂਕਿ 25% ਤੇ ਹੀ ਇਤਰਾਜ਼ ਹੈ ਕੇਜਰੀਵਾਲ ਸਾਹਿਬ ਨੂੰ। ਅਕਾਲੀ ਦਲ ਇੱਕ ਕਾਡਰ ਬੇਸਡ ਪਾਰਟੀ ਹੈ। ਅਕਾਲੀ ਦਲ 1920 ਤੋਂ ਖੜੀ ਹੋਈ ਪਾਰਟੀ ਹੈ। ਅਕਾਲੀ ਦਲ ਦਾ ਵਜੂਦ ਸਿੱਖਾਂ ਦੇ ਵਜੂਦ ਦੇ ਨਾਲ ਜੁੜਿਆ ਹੋਇਆ ਹੈ। ਅਕਾਲੀ ਦਲ ਨੇ, ਅੱਜ ਦੀ ਗੱਲ ਛੱਡ ਦਿਓ, ਸਭ ਤੋਂ ਵੱਧ ਮੋਰਚੇ ਇਸ ਦੇਸ਼ 'ਚ ਅਕਾਲੀ ਦਲ ਨੇ ਲਾਏ ਹੈ। ਸਭ ਤੋਂ ਵੱਧ ਬੰਦੇ ਅਕਾਲੀ ਦਲ ਦੇ ਸ਼ਹੀਦ ਹੋਏ ਹੈ। ਅਕਾਲੀ ਦਲ ਦਾ ਖਤਮ ਹੋਣਾ ਪੰਜਾਬ 'ਚੋਂ ਸਿੱਖੀ ਦਾ ਖਤਮ ਹੋਣ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਇਸ ਕਰਕੇ ਅਕਾਲੀ ਦਲ ਨੂੰ ਇਹ ਕਹਿ ਦੇਣਾ ਕਿ ਇਹ 5-7% ਤੇ ਰਹਿ ਜਾਣਗੇ, ਮੈਂ ਆਪਦੀਆਂ ਡਿਬੇਟਾਂ 'ਚ ਕਹਿੰਦਾ ਰਿਹਾ ਕਿ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ 19 ਤੋਂ 20% ਦਾ ਜਿਹੜਾ ਉਹਨਾਂ ਦਾ ਕਾਡਰ ਵੋਟ ਬੈਂਕ ਹੈ, ਉਹਨੂੰ ਕੋਈ ਨਹੀਂ ਤੋੜ ਸਕਦਾ। ਕਿੰਗਰਾ ਸਾਹਿਬ, ਦੂਜੀ ਗੱਲ, ਇੰਨਾ ਹੱਕ ਤੁਸੀਂ ਅਕਾਲੀ ਦਲ ਦੇ ਕਦੀ ਨਹੀਂ ਬੋਲੇ ਗਏ, ਉਹਨਾਂ ਨਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ। ਮੈਂ ਦੱਸੀ ਨਹੀਂ ਗੌਰਵ ਜੀ, ਮੈਂ ਸੱਚਾਈ ਬੋਲ ਰਿਹਾ, ਸੱਚੀ ਬੋਲ ਰਿਹਾ ਯਾਰ, ਸੱਚ ਬੋਲ ਰਿਹਾ। ਟਰਾਈ ਕਿਉਂ ਕਰਦੇ ਬੇਟਾ ਜੀ? ਕਾਂਗਰਸ ਦੇ ਹੱਕ 'ਚ ਵੀ ਬੋਲਿਆ ਸੀਗਾ, ਮੈਂ ਅਮਰਿੰਦਰ ਸਿੰਘ ਦੇ ਹੱਕ 'ਚ ਵੀ ਬੋਲਿਆ। ਮੈਂ ਸੱਚ ਨੂੰ ਸੱਚ ਕਹਿਣਾ, ਲਾਲ ਨੂੰ ਲਾਲ ਰੰਗ ਕਹਿਣਾ, ਹਰਾ ਕਦੇ ਨਹੀਂ ਕਹਿਣਾ, ਕਿਉਂਕਿ ਮੇਰੇ ਪਾਇਆ ਹੋਇਆ ਹੈ। ਇਹ ਮੰਨੋ ਮੇਰੀ ਗੱਲ, ਜਦੋਂ ਮੈਨੂੰ ਡਿਬੇਟ ਤੇ ਲਿਆਓਗੇ ਮੈਂ ਸੱਚ ਨੂੰ ਸੱਚ। ਅੱਜ ਦਾ ਅਕਾਲੀ ਦਲ ਬਾਦਲ ਦਲ ਹੈ, ਅਕਾਲੀ ਦਲ ਨਹੀਂ ਹੈ। ਮੈਂ ਅਕਾਲੀ ਦਲ ਦੀ ਗੱਲ ਕੀਤੀ ਹੈ, ਬਾਦਲ ਦਲ ਦੀ ਗੱਲ ਨਹੀਂ ਕੀਤੀ ਬਿਲਕੁਲ ਵੀ। ਠੀਕ ਹੈ, ਬਾਦਲ ਦਲ ਦਾ ਕਸੂਰ ਹੋ ਸਕਦਾ ਹੈ, ਅਕਾਲੀ ਦਲ ਦਾ ਕਸੂਰ ਕਦੇ ਵੀ ਨਹੀਂ ਹੋਇਆ। ਠੀਕ ਹੈ। ਦੂਜੀ ਗੱਲ ਦੇਖੋ, ਅਰਵਿੰਦ ਕੇਜਰੀਵਾਲ ਆਪਦੇ ਆਕਾ ਕੋਲੇ ਗਏ, ਅੰਨਾ ਹਜ਼ਾਰੇ ਜੀ ਕੋਲੇ। ਅੰਨਾ ਹਜ਼ਾਰੇ ਨੇ ਕਿਹਾ ਕਿ ਲੋਕੀ ਦਾ ਗਾਂਹ ਨੂੰ ਵਧ ਰਹੇ ਆ, ਤੂੰ ਪਿਛਾਂਹ ਨੂੰ ਜਾਣਾ ਬੈਲਟ ਪੇਪਰ ਵਾਸਤੇ। ਉਹਨੇ ਮਨਾ ਕਰ ਦਿੱਤਾ ਕਿ ਬੈਲਟ ਪੇਪਰ ਜਿਹੜੇ ਆ ਉਹ ਨਹੀਂ ਜਿਹੜੇ ਆ ਉਹ ਉਹਦੇ ਤੇ ਮੈਂ ਇਸ ਗੱਲ ਦੇ ਉੱਤੇ ਰਾਜੀ ਨਹੀਂ ਆ। ਤੁਸੀਂ ਇੱਕ ਚੀਜ਼ ਵੇਖੋ ਕਿ ਜਿਹੜੀਆਂ ਸਾਡੀਆਂ ਈਵੀਐਮ ਮਸ਼ੀਨਾਂ ਹੈ, ਇਹ ਦੁਨੀਆ ਦੇ ਵਿੱਚ ਵੀ ਰਿਕੋਗਨਾਈਜ਼ਡ ਹੈ। ਇਹ ਬਾਹਰਲੇ ਮੁਲਕਾਂ ਦੇ ਵੀ ਆਰਡਰ ਸਾਡੇ ਕੋਲੇ ਆਉਂਦੇ ਆ, ਕਿਉਂਕਿ ਹਾਰਡਵੇਅਰ ਬੇਸਡ ਮਸ਼ੀਨ ਹੈ ਸਾਡੀ। ਇਹ ਗੱਲਾਂ ਕਰਨੀਆਂ ਠੀਕ ਨਹੀਂ ਹੈਗੀਆਂ। ਭਾਰਤ ਦੇ ਜਿਹੜੇ ਸੰਵਿਧਾਨ ਦੇ ਵਿੱਚ ਜਿਹੜੇ ਸੰਵਿਧਾਨਿਕ ਅਦਾਰੇ ਨੇ, ਉਹਨਾਂ ਦੀ ਬੜੀ ਕ੍ਰੈਡੀਬਿਲਿਟੀ ਹੈ। ਅਰਵਿੰਦ ਕੇਜਰੀਵਾਲ ਦੀ ਕ੍ਰੈਡੀਬਿਲਿਟੀ ਨਾਲੋਂ ਕਿਤੇ ਜ਼ਿਆਦਾ ਇਲੈਕਸ਼ਨ ਕਮਿਸ਼ਨ ਦੀ ਕ੍ਰੈਡੀਬਿਲਿਟੀ ਹੈ। ਇਸ ਕਰਕੇ ਸਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਦੂਜੀ ਗੱਲ, ਮਾਇਆਵਤੀ ਦੀ ਜਿੱਥੋਂ ਤੱਕ ਗੱਲ ਹੈ, ਮਾਇਆਵਤੀ ਜਦੋਂ ਜਿੱਤ ਜਾਂਦੀ ਹੈ ਉਦੋਂ ਠੀਕ ਹੈ ਈਵੀਐਮ, ਜਦੋਂ ਹਾਰ ਜਾਂਦੀ ਹੈ ਉਦੋਂ ਨਹੀਂ ਠੀਕ ਹੈ। ਸੇਮ ਸਰ ਕੇਜਰੀਵਾਲ ਸਾਹਿਬ ਨਾਲ ਸੇਮ ਹੋ ਰਿਹਾ ਹੈ। ਸਵਾਮੀ ਦੀ ਗੱਲ ਕੀਤੀ ਸੀ, ਉਹਦੇ ਵਿੱਚ ਈਵੀਐਮ ਦੇ ਕੇਸ ਹੋ ਚੁੱਕੇ ਆ। ਨਹੀਂ ਜੀ, ਕੇਸ ਹੋ ਚੁੱਕੇ ਆ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਵੀਵੀਪੈਟ ਤੇ ਫੈਸਲਾ ਕੀਤਾ ਹੈ। ਐਕਸਪੈਰੀਮੈਂਟ ਕੀਤੇ ਗਏ ਵੀਵੀਪੈਟ ਨਾਲ, ਦੋਨੇ ਤਰ੍ਹਾਂ ਨਾਲ ਇਲੈਕਸ਼ਨ ਕਰਾਈਆਂ ਗਈਆਂ, ਦੋਨਾਂ ਦੀ ਗਿਣਤੀ ਹੋਈ, ਦੋਨਾਂ 'ਚੋਂ ਬਰਾਬਰ ਵੋਟਾਂ ਨਿਕਲੀਆਂ। ਮੈਨੂੰ ਕੰਸਟੀਚੁਐਂਸੀ ਦਾ ਦੀਪਕ ਸ਼ਰਮਾ ਜੀ, ਉਸਦਾ ਇੱਕ ਕੰਸਟੀਚੁਐਂਸੀ ਭਾਰਤ ਦੇ ਵਿੱਚ ਵੀਵੀਪੈਟ ਨਾਲ ਕਰਾਈ ਗਈ ਸੀ। ਜੀ ਦੀਪਕ ਜੀ, ਜਿਹੜਾ 2 ਪੁਆਇੰਟ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗਾ ਕਿ ਇਹਦੇ ਜਿਹੜੇ ਇਲਜ਼ਾਮ ਲੱਗ ਰਹੇ ਨੇ, ਉਹ ਕਿਹਾ ਜਾ ਰਿਹਾ ਕਿ ਅਕਾਲੀ ਬੀਜੇਪੀ ਗੱਠਜੋੜ ਦੇ ਹੱਕ ਦੇ ਵਿੱਚ ਵੋਟ ਭੁਗਤਦੇ ਰਹੇ ਜਦੋਂ ਬਟਨ ਜਾ ਕੇ ਦੱਬਿਆ ਗਿਆ ਆਮ ਆਦਮੀ ਪਾਰਟੀ ਦਾ। ਤੇ ਦੂਜਾ ਕਿ ਜੋ ਇਲਜ਼ਾਮ ਲੱਗ ਰਹੇ ਨੇ, ਜਦੋਂ ਇਲਜ਼ਾਮ ਲੱਗਦੇ ਨੇ ਤਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਹਾਂ ਜਾਂਚ ਹੋਣੀ ਚਾਹੀਦੀ ਹੈ। ਕੇਜਰੀਵਾਲ ਸਾਹਿਬ ਇਲਜ਼ਾਮ ਲਗਾ ਰਹੇ ਨੇ, ਜਾਂਚ ਵਾਲਾ ਕੋਈ ਫੈਕਟਰ ਨਜ਼ਰ ਆਉਂਦਾ ਹੈ ਕਿ ਹਾਂ ਜ਼ਰੂਰਤ ਹੈ ਜਾਂਚ ਦੀ? ਦੇਖੋ ਗੌਰਵ ਜੀ, ਜੇਕਰ ਈਵੀਐਮ ਦੇ ਉੱਪਰ ਚੋਣ ਪ੍ਰੋਸੈਸ ਤੇ ਸਵਾਲ ਉਠਾਉਣਾ ਤਾਂ ਇਹ ਭਾਰਤ ਦੀ ਚੋਣ ਪ੍ਰਕਿਰਿਆ ਤੇ ਸਵਾਲ ਉਠਾਉਣ ਬਰਾਬਰ ਹੈ। ਪਰ ਅੱਜ ਜਿਹੜੇ ਆਪਾਂ ਸਵਾਲ ਲੈ ਕੇ ਡਿਬੇਟ ਕਰਨ ਬੈਠੇ ਸੀਗੇ ਕਿ ਹਾਰ ਮਤਲਬ ਪਚਾ ਨਹੀਂ ਪਾ ਰਹੇ ਕਿ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਤੱਕ ਕਿ ਹਾਰ ਤਾਂ ਕੋਈ ਵੀ ਪਾਰਟੀ ਨਹੀਂ ਪਚਾ ਪਾਉਂਦੀ ਹੁੰਦੀ। ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਠੀਕ ਹੈ, ਕਾਂਗਰਸ ਪੰਜਾਬ ਦੇ ਵਿੱਚ ਵਾਪਸ ਆਈ ਹੈ, 10 ਸਾਲ ਦਾ ਬਨਵਾਸ ਮੁੱਕਿਆ ਤਾਂ ਉਹ ਬਾਗੋ ਬਾਗ ਹੈ। ਤੇ ਅਕਾਲੀ ਦਲ ਬੀਜੇਪੀ ਇਸ ਦੇ ਨਾਲ ਆਪਣਾ ਪੰਜਾਬ ਪਾਰਟੀ ਉਹ ਇਸ ਗੱਲ ਤੋਂ ਹੀ ਖੁਸ਼ ਹੈ ਕਿ ਘੱਟੋ ਘੱਟ ਆਪ ਪੰਜਾਬ ਦੀ ਸੱਤਾ 'ਚ ਨਹੀਂ ਆਈ, ਆਪ ਹਾਰ ਗਈ। ਤੇ ਆਮ ਆਦਮੀ ਪਾਰਟੀ ਕੋਲ ਸੰਤੁਸ਼ਟ ਹੋਣ ਲਈ ਸਿਰਫ ਇੱਕੋ ਜਵਾਬ ਰਹਿ ਗਿਆ ਹੁਣ ਕਿ ਹਾਂ ਜੀ ਅਸੀਂ ਅਕਾਲੀਆਂ ਨੂੰ ਸੱਤਾ 'ਚ ਆਉਣ ਤੋਂ ਰੋਕ ਲਿਆ। ਪਰ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ, ਜਿਹੜੀ ਉਹ ਗੱਲ ਕਰ ਰਹੇ ਨੇ ਕੇਜਰੀਵਾਲ ਹੋਰੀ ਆਮ ਆਦਮੀ ਪਾਰਟੀ ਕਿ ਸਾਡਾ ਵੋਟ ਅਕਾਲੀ ਦਲ ਨੂੰ ਕਨਵਰਟ ਹੋ ਗਿਆ। ਇਹ ਬਿਲਕੁਲ ਸਹੀ ਹੈ ਜੀ ਕਿ ਅਕਾਲੀ ਦਲ ਨੂੰ ਵੋਟ ਚਲਾ ਗਿਆ ਆਮ ਆਦਮੀ ਪਾਰਟੀ ਦਾ, ਪਰ ਉਹ ਈਵੀਐਮ ਰਾਹੀਂ ਨਹੀਂ ਗਿਆ, ਉਹ ਡਾਇਰੈਕਟ ਗਿਆ। ਉਹ ਗਿਆ ਆਮ ਆਦਮੀ ਪਾਰਟੀ ਦੀਆਂ ਕੁਝ ਗਲਤ ਨੀਤੀਆਂ ਕਾਰਨ, ਕੁਝ ਨਤੀਜਿਆਂ ਕਾਰਨ, ਖਾਸ ਕਰਕੇ ਡੇਰਾ ਸੱਚੇ ਵਾਲਾ ਜਿਹੜਾ ਵੋਟ ਹੈ ਉਹ ਕਨਵਰਟ ਹੋ ਗਿਆ। ਇਹ ਬਿਲਕੁਲ ਹੈ। ਪਰ ਜਿਸ ਤਰ੍ਹਾਂ ਕਿੰਗਰਾ ਜੀ ਹੋਰੀ ਕਹਿ ਰਹੇ ਨੇ ਕਿ ਅਸੀਂ ਤਾਂ ਸਵਾਲ ਨਹੀਂ ਉਠਾ ਰਹੇ,
ਆਪਣਾ ਪੰਜਾਬ ਪਾਰਟੀ ਸਵਾਲ ਕਿਉਂ ਉਠਾਏਗੀ? ਉਹਨੂੰ ਪਤਾ ਹੀ ਸੀ ਕਿ ਉਹ ਕਿਸ ਪੋਜੀਸ਼ਨ ਤੇ ਹੈ, ਪਰ ਉਹਦਾ ਜੋ ਕੰਮ ਸੀ ਆਮ ਆਦਮੀ ਨੂੰ ਰੋਕਣਾ, ਉਹ 'ਚ ਕਾਮਯਾਬ ਹੋ ਗਈ। ਪਰ ਜੇਕਰ ਹੁਣ ਆਪਾਂ ਦੇਖੀਏ ਪਿਛਲੀਆਂ ਜਦੋਂ ਵਿਧਾਨ ਸਭਾ ਚੋਣਾਂ ਸੀ ਤਾਂ ਕਾਂਗਰਸ ਪਾਰਟੀ ਦਾ ਵੋਟ ਪਰਸੈਂਟ ਵੱਧ ਸੀ ਪਰ ਸੀਟਾਂ ਘੱਟ ਸੀ, ਅਕਾਲੀ ਦਲ ਦਾ ਵੋਟ ਪਰਸੈਂਟ ਘੱਟ ਸੀ ਪਰ ਸੀਟਾਂ ਵੱਧ ਸੀ, ਪਰ ਤਦ ਵੀ ਈਵੀਐਮ ਤੇ ਸਵਾਲ ਨਹੀਂ ਉੱਠਿਆ। ਇਸ ਵਾਰ ਜੇਕਰ ਆਪਾਂ ਦੇਖੀਏ ਤਾਂ ਜੇਕਰ ਅਕਾਲੀ ਦਲ ਨੂੰ ਵੱਧ ਵੋਟ ਪਰਸੈਂਟ ਚਲਾ ਗਿਆ ਫਿਰ ਕੀ ਹੋਇਆ? ਸੀਟਾਂ ਤਾਂ ਉਹਨਾਂ ਦੀ ਘੱਟ ਨੇ ਨਾ। ਪਰ ਕੇਜਰੀਵਾਲ ਉਹਨਾਂ ਦਾ ਸਵਾਲ ਉਠਾਉਣਾ ਇਹ ਇੱਕ ਚਿੰਤਾ ਦਾ ਗੱਲ ਹੈ। ਚੰਗਾ ਹੁੰਦਾ ਕਿ ਉਹ ਈਵੀਐਮ ਦੀ ਬਜਾਏ ਆਪਣੀ ਪਾਰਟੀ ਦੀਆਂ ਨੀਤੀਆਂ ਤੇ ਆਪਣੀ ਪਾਰਟੀ ਦੇ ਫੈਸਲਿਆਂ ਤੇ ਸਵਾਲ ਉਠਾਉਂਦੇ ਤੇ ਉਹਦਾ ਮੰਥਨ ਖੁਦ ਦੇ ਅੰਦਰ ਝਾਕਣਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਇੰਨੇ ਵੱਡੇ ਇਲੈਕਸ਼ਨ ਤੋਂ ਬਾਅਦ ਜਦੋਂ ਤੁਹਾਨੂੰ ਹਾਰ ਸਾਹਮਣੇ ਨਜ਼ਰ ਆਉਂਦੀ ਹੈ। ਦੀਪਕ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਰਾੜ ਸਾਹਿਬ ਤੁਹਾਡਾ ਵੀ, ਮਨਜੀਤ ਸਿੰਘ ਰਾਜ ਤੁਹਾਡਾ ਵੀ, ਮਿੱਡਾ ਸਾਹਿਬ ਤੁਹਾਡਾ ਵੀ ਤੇ ਕਿੰਗਰਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਵਾਂ ਕਿ ਜੋ ਈਵੀਐਮ ਮਸ਼ੀਨਾਂ ਹੁੰਦੀਆਂ ਨੇ ਮੈਂ ਉਸ ਦਾ ਵੀ ਜ਼ਿਕਰ ਕਰੂੰਗਾ, ਪਰ ਜੋ ਅੱਜ ਦਾ ਸਵਾਲ ਹੈ ਉਸ ਦਾ ਜ਼ਿਕਰ ਜ਼ਰੂਰ ਕਰ ਦਈਏ ਕਿ ਪੰਜਾਬ 'ਚ ਮਿਲੀ ਕਰਾਰੀ ਹਾਰ ਨਹੀਂ ਪਚਾ ਪਾ ਰਹੇ ਨੇ ਕੇਜਰੀਵਾਲ। ਇਸ ਉੱਤੇ ਸਾਡੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਸਾਨੂੰ ਮਿਲਿਆ ਤੇ ਜੋ ਜਵਾਬ ਪਹੁੰਚਿਆ ਉਹ ਵੀ ਤੁਹਾਡੀ ਟੀਵੀ ਸਕਰੀਨ ਤੇ ਹੈ। 57% ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਹਾਂ ਨਹੀਂ ਹਾਰ ਪਚਾ ਪਾ ਰਹੇ ਨੇ, ਜਦਕਿ 43% ਨੂੰ ਅਜਿਹਾ ਨਹੀਂ ਲੱਗਦਾ। ਈਵੀਐਮ ਨੂੰ ਲੈ ਕੇ ਸਿਆਸੀ ਪਾਰਟੀਆਂ ਪੰਜਾਬ ਦੇ ਵਿੱਚ ਇੱਕ ਪਾਸੇ ਨੇ ਤੇ ਆਮ ਆਦਮੀ ਪਾਰਟੀ ਇੱਕ ਪਾਸੇ, ਬਾਕੀ ਸਿਆਸੀ ਪਾਰਟੀਆਂ ਇੱਕ ਪਾਸੇ ਨੇ। ਪਰ ਈਵੀਐਮ ਦੇ ਨਾਲ ਜੁੜੀਆਂ ਹੋਈਆਂ ਦੋ ਚੀਜ਼ਾਂ ਦੱਸ ਦਵਾਂ ਕਿ ਈਵੀਐਮ ਜਿਸ ਤਰ੍ਹਾਂ ਸੌਫਟਵੇਅਰ ਦੇ ਨਾਲ ਨਹੀਂ ਬਲਕਿ ਹਾਰਡਵੇਅਰ ਦੇ ਨਾਲ, ਕਿੰਗਰਾ ਸਾਹਿਬ ਨੇ ਕਿਹਾ ਸੀ ਕਿ ਇੰਟਰਨੈਟ ਦੇ ਨਾਲ ਨਹੀਂ ਜੁੜੀ ਹੋਈ, ਇਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਘਰ ਬੈਠ ਕੇ। ਤੇ ਦੂਜਾ, ਜਦੋਂ VOTING ਪ੍ਰੋਸੈਸ ਸ਼ੁਰੂ ਹੁੰਦਾ ਹੈ ਸਵੇਰੇ 8 ਵਜੇ ਜਾਂ 7 ਵਜੇ ਤਾਂ ਉਸ ਤੋਂ ਪਹਿਲਾਂ ਪੋਲਿੰਗ ਏਜੰਟ ਜਿਹੜੇ ਹਰ ਪਾਰਟੀ ਦੇ ਹੁੰਦੇ ਨੇ ਉਹ ਇੱਕ ਈਵੀਐਮ ਦੇ ਉੱਤੇ ਵੋਟ ਪਾ ਕੇ ਦੇਖਦੇ ਨੇ ਕਿ ਉਹਨਾਂ ਦੇ ਹੱਕ ਦੇ ਵਿੱਚ ਵੋਟ ਜਾ ਰਿਹਾ ਹੈ। ਇਹ ਹਰ ਪੋਲਿੰਗ ਬੂਥ ਉੱਤੇ ਹੁੰਦਾ ਹੈ, ਜੋ ਉੱਥੇ ਪ੍ਰੈਜ਼ੈਂਟਿੰਗ ਆਫੀਸਰਸ ਹੁੰਦੇ ਨੇ ਉਹਨਾਂ ਦੇ ਵੱਲੋਂ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਈਵੀਐਮ ਨੂੰ ਹਰੀ ਝੰਡੀ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਹੀ VOTING ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ। ਆਮ ਆਦਮੀ ਪਾਰਟੀ ਨੇ ਵੀ ਉਹ ਕੀਤਾ ਹੋਣਾ ਹੈ, ਉਹਨਾਂ ਦੇ ਪੋਲਿੰਗ ਏਜੰਟਸ ਨੇ ਕੀਤਾ ਹੋਣਾ ਹੈ, ਪਰ ਹੁਣ ਸਵਾਲ ਕਿਉਂ ਚੁੱਕੇ ਜਾ ਰਹੇ ਨੇ? ਖੈਰ ਇਹ ਪ੍ਰੋਸੈਸ ਹੈ, ਹਾਰ ਜਿੱਤ ਦਾ ਸਿਲਸਿਲਾ ਬਣਿਆ ਰਹਿੰਦਾ, ਪਰ ਇਸ ਵਿਚਾਲੇ ਇਲਜ਼ਾਮ ਚੁੱਕੇ ਜਾ ਰਹੇ ਨੇ। ਸਵਾਲ ਇਹੀ ਉੱਠਦਾ ਹੈ ਕਿ ਹਾਰ ਨਹੀਂ ਪਚਾ ਪਾ ਰਹੀ ਆਮ ਆਦਮੀ ਪਾਰਟੀ। ਮੁੱਦੇ ਕੀ ਬਾਤ ਦੇ ਵਿੱਚ ਅੱਜ ਦੇ ਲਈ ਨਹੀਂ, ਇਜਾਜ਼ਤ ਦਿਓ। ਧੰਨਵਾਦ।